ਹੈਲੋ एवरीवन ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ PSSP ਕਲਰਕ ਅਕਾਊਂਟੈਂਟ ਦੀ ਕਲਾਸ 3 ਦੇਖ ਰਹੇ ਹਾਂ। ਆਪਾਂ ਕੁਝ ਬੇਸਿਕਸ ਪੜ੍ਹਿਆ ਅਕਾਊਂਟੈਂਟ ਦਾ, ਠੀਕ ਹੈ। ਤੇ ਅਕਾਊਂਟਿੰਗ ਨੂੰ ਸਮਝਦੇ ਹੋਏ ਆਪਾਂ ਹੁਣ ਅੱਜ ਕੁਝ MCQs ਪ੍ਰੈਕਟਿਸ ਵੀ ਲਵਾਂਗੇ। ਲਗਭਗ 11 ਕੁਐਸਚਨਸ ਤਾਂ ਨਹੀਂ ਕਰਵਾਵਾਂਗਾ ਤੁਹਾਡੇ ਤੋਂ, ਮਗਰ 12-13 ਕੁਐਸਚਨ ਤੁਹਾਡੇ ਨੂੰ ਡਿਸਕਸ ਕਰਨੇ ਨੇ ਤਾਂ ਕਿ ਤੁਹਾਡਾ ਰੀਕਾਲ ਮਾਈਂਡ ਸਟਰੋਂਗ ਹੋ ਜਾਵੇ, ਦੈਨ ਬੇਸ ਸਟਰੋਂਗ ਹੋ ਜਾਵੇ, ਯਾਨੀ ਕਿ ਜੋ ਤੁਹਾਨੇ ਪੜ੍ਹਿਆ ਹੋਇਆ ਸੀ ਉਹ ਤੁਹਾਡੇ ਦਿਮਾਗ ਵਿੱਚ ਬੈਠ ਜਾਵੇ। ਡਨ। ਤੇ ਹੌਲੀ ਹੌਲੀ ਆਪਾਂ ਕੰਟੀਨਿਊ ਹੀ ਸਾਰੇ MCQs ਨੂੰ ਹੱਲ ਕਰਦੇ ਜਾਣਾ ਹੈ, ਟੌਪਿਕ ਨੂੰ ਸਮਝਦੇ ਜਾਣਾ ਹੈ, MCQs ਹੱਲ ਕਰਦੇ ਜਾਣੇ ਹੈ। ਤੇ ਨਾਲ ਦੀ ਨਾਲ ਇਹ ਵੀ ਕਹਿ ਦੇਵਾਂ PSSB ਕਲਰਕ ਕੋਰਸ ਜਿਹੜਾ ਉਹ ਤੁਹਾਨੂੰ ਐਪ 'ਤੇ ਅਵੇਲੇਬਲ ਹੋਏਗਾ। ਜਿਹੜਾ ਕਲਰਕ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਨੋਰਮਲ ਜਿਹੜੀਆਂ ਜਿਸ ਵਿੱਚ ਕੋਈ ਵੀ ਡਿਗਰੀ ਮੰਗੀ ਹੋਈ ਹੈ ਉਹਨਾਂ ਨੇ, ਤਾਂ ਤੁਸੀਂ ਉਹ ਜਾ ਕੇ ਐਪ 'ਚ ਜਾ ਕੇ ਡਾਊਨਲੋਡ ਕਰੋ ਐਪ ਤੇ ਕੋਰਸ ਨੂੰ ਪਰਚੇਸ ਕਰੋ। ਕਲਾਸਿਸ ਸਟਾਰਟ ਹੋ ਚੁੱਕੀਆਂ, ਲਾਈਵ ਕਲਾਸਿਸ ਤੁਹਾਨੂੰ ਮਿਲਣਗੀਆਂ, PDF ਮਿਲਣਗੇ। ਆਪਣੀ ਤਿਆਰੀ ਸ਼ੁਰੂ ਕਰੋ, ਬੇਫਾਲਤੂ ਦੀ ਕਿਸੇ ਵੀ ਗਰੁੱਪ ਡਿਸਕਸ਼ਨ 'ਚ ਨਹੀਂ ਪੈਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਆਪਣਾ ਕੰਮ ਕਰੋ, ਆਪਣੀ ਤਿਆਰੀ ਕਰੋ, 12-13 ਘੰਟੇ ਲਗਾਓ ਆਪਣੀ ਤਿਆਰੀ ਦੇ, ਜਿਸ ਵਿੱਚ 10 ਘੰਟੇ ਪੜ੍ਹਾਈ ਨੂੰ ਦਿਓ, 2 ਘੰਟੇ ਟਾਈਪਿੰਗ ਨੂੰ ਦਿਓ ਤੇ ਆਪਣੀ ਤਿਆਰੀ ਨੂੰ ਸ਼ੁਰੂ ਕਰੋ। ਆਪਣੀ ਜਰਨੀ ਸਟਾਰਟ ਕਰੋ। ਪ੍ਰੋਸੈਸ ਜ਼ਿਆਦਾ ਇੰਪੋਰਟੈਂਟ ਹੁੰਦਾ ਰਿਜ਼ਲਟ ਨਾਲੋਂ, ਆਪਣੇ ਪ੍ਰੋਸੈਸ ਉੱਪਰ ਧਿਆਨ ਦੇਣਾ ਆਪਾਂ ਨੇ। ਸੋ ਸ਼ੁਰੂਆਤ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ, ਕਹਿੰਦੇ ਜਿਹੜੇ ਐਕਸਪੈਂਸਿਸ ਇਨਕਰਡ ਹੋ ਰਹੇ ਨੇ ਜਦੋਂ ਆਪਾਂ ਬਿਜ਼ਨਸ ਸਟਾਰਟ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਦੋਂ ਵੀ ਆਪਾਂ ਬਿਜ਼ਨਸ ਸਟਾਰਟ ਕਰਦੇ ਹਾਂ ਉਸ ਵਕਤ ਕੁਝ ਐਕਸਪੈਂਸਿਸ ਹੁੰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਰੈਵਨਿਊ ਐਕਸਪੈਂਸ ਕਹਿੰਦੇ ਹਾਂ, ਪ੍ਰੀਪੇਡ ਐਕਸਪੈਂਸ ਕਹਿੰਦੇ ਹਾਂ, ਪ੍ਰੀਮੀਅਮ ਐਕਸਪੈਂਸ ਕਹਿੰਦੇ ਹਾਂ, ਕੈਪੀਟਲ ਐਕਸਪੈਂਸ ਕਹਿੰਦੇ ਹਾਂ। ਕੋਈ ਦੱਸ ਸਕਦਾ ਮੈਨੂੰ ਕੀ ਕਹਾਂਗੇ ਇਹਨਾਂ ਨੂੰ? ਉਹ ਖਰਚੇ ਜੋ ਬਿਜ਼ਨਸ ਨੂੰ ਸਟਾਰਟ ਕਰਨ ਵਕਤ ਲੱਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰੀਮੀਅਮ ਐਕਸਪੈਂਸਿਸ ਕਹਿੰਦੇ ਆ। ਦੈਨ ਇਹਨਾਂ ਨੂੰ ਆਪਾਂ ਤਰੀਕੇ ਨਾਲ ਡੈਫਰਡ ਰੈਵਨਿਊ ਐਕਸਪੈਂਡੀਚਰ ਵੀ ਕਿਹਾ ਜਾਂਦਾ ਕਈ ਵਾਰੀ। ਦੈਨ ਉਸ ਤੋਂ ਬਾਅਦ ਹੁਣ ਰੈਵਨਿਊ ਐਕਸਪੈਂਸ ਕਿਹੜੇ ਹੋਣਗੇ? ਉਹ ਐਕਸਪੈਂਸਿਸ ਜੋ ਆਪਾਂ ਡੇਲੀ ਟੂ ਡੇਲੀ ਬੇਸਿਸ 'ਤੇ ਆਪਾਂ ਖਰਚਾ ਕਰਦੇ ਹਾਂ, ਹੈ ਨਾ। ਆਪਣੇ ਰੈਵਨਿਊ ਨੂੰ ਜਨਰੇਟ ਕਰਨ ਲਈ, ਆਪਣੇ ਬਿਜ਼ਨਸ ਨੂੰ ਚਲਾਉਣ ਲਈ ਜਿਹੜੇ ਖਰਚੇ ਕਰਦੇ ਆ ਉਹਨੂੰ ਆਪਾਂ ਰੈਵਨਿਊ ਐਕਸਪੈਂਸ ਕਹਿੰਦੇ ਆ। ਦੈਨ ਪ੍ਰੀਪੇਡ ਐਕਸਪੈਂਸਿਸ ਜੋ ਆਪਾਂ ਨੇ ਐਡਵਾਂਸ 'ਚ ਪੇ ਕਰਤੇ, ਜੋ ਆਪਾਂ ਨੇ ਐਡਵਾਂਸ 'ਚ ਪੇ ਕਰਤੇ, ਹਲੇ ਡਿਊ ਡੇਟ ਆਈ ਨਹੀਂ ਸੀ ਮੈਂ ਤਾਂ ਵੀ ਪੇ ਕਰਤੇ। ਕੈਪੀਟਲ ਐਕਸਪੈਂਸਿਸ ਐਸੇ ਐਕਸਪੈਂਸਿਸ ਜੋ ਆਪਾਂ ਨੇ ਲੌਂਗ ਟਰਮ ਪਰਪਸ ਲਈ ਕੀਤੇ, ਐਸੇ ਐਕਸਪੈਂਸਿਸ ਜੋ ਆਪਾਂ ਨੇ ਲੌਂਗ ਟਰਮ ਪਰਪਸ ਲਈ ਕੀਤੇ। ਕੋਈ ਐਸੈਟ ਖਰੀਦਿਆ, ਹੈ ਨਾ, ਸਮਝ ਗਏ। ਇੰਟੈਂਜੀਬਲ ਹੋ ਸਕਦਾ, ਇੰਟੈਂਜੀਬਲ ਹੋ ਸਕਦਾ। ਚਲੋ ਅਗਲਾ ਕੁਐਸਚਨ ਦੇਖੋ। ਹੁਣ ਕਹਿੰਦੇ ਪ੍ਰੀਮੀਅਮ ਐਕਸਪੈਂਸਿਸ ਕਿਹਦੀ ਐਗਜ਼ਾਮਪਲ ਹੈ? ਮੈਂ ਚਲੋ ਪਿੱਛੇ ਕੁਝ ਡਿਸਕਸ ਕੀਤਾ ਵੀ ਸੀ, ਮੈਂ ਤੁਸੀਂ ਮੈਨੂੰ ਦੱਸ ਸਕਦੇ ਹੋ ਪ੍ਰੀਮੀਅਮ ਐਕਸਪੈਂਸਿਸ ਕਿਹਦੇ ਮਤਲਬ ਕਿਹੜੀ ਐਗਜ਼ਾਮਪਲ ਨਾਲ ਇਹ ਅਟੈਚ ਹੁੰਦੇ ਨੇ? ਕੈਪੀਟਲ ਐਕਸਪੈਂਡੀਚਰ ਨਾਲ, ਕੈਪੀਟਲ ਗੇਨ ਨਾਲ, ਡੈਫਰਡ ਰੈਵਨਿਊ ਐਕਸਪੈਂਡੀਚਰ ਨਾਲ, ਰੈਵਨਿਊ ਐਕਸਪੈਂਡੀਚਰ ਨਾਲ। ਕੋਈ ਦੱਸ ਸਕਦਾ? ਇਹਦਾ ਆਨਸਰ ਆ ਜਾਏਗਾ ਆਪਣਾ C ਆਪਸ਼ਨ। ਹੁਣ ਆਪਾਂ ਨੂੰ ਡੈਫਰਡ ਰੈਵਨਿਊ ਐਕਸਪੈਂਡੀਚਰ ਕਿਉਂ ਕਹਿੰਦੇ ਆ? ਕਿਉਂਕਿ ਸ਼ੁਰੂਆਤੀ ਜਿਹੜੇ ਬਿਜ਼ਨਸ ਦੇ ਖਰਚੇ ਹੁੰਦੇ ਆ ਉਸ ਵਕਤ ਸਾਨੂੰ ਖਰਚੇ ਲੱਗਦੇ ਆ, ਮਗਰ ਬਾਅਦ ਜੋ ਸਾਡਾ ਬਿਜ਼ਨਸ ਚੱਲ ਜਾਂਦਾ ਉਹੀ ਖਰਚੇ ਸਾਡੇ ਲਈ ਇੱਕ ਤਰ੍ਹਾਂ ਦੇ ਐਸੈਟ ਬਣ ਜਾਂਦੇ ਨੇ। ਐਸੈਟ ਮਤਲਬ ਕਿ ਇੱਕ ਤਰੀਕੇ ਨਾਲ ਫਰੂਟਫੁਲ ਹੁੰਦੇ ਨੇ ਕਿ ਆਪਾਂ ਉਸ ਵੇਲੇ ਉਹ ਖਰਚੇ ਕੀਤੇ ਤਾਂ ਕਿ ਸਾਨੂੰ ਬਾਅਦ 'ਚ ਬਿਜ਼ਨਸ 'ਚ ਫਾਇਦਾ ਹੋਇਆ, ਹੈ ਨਾ। ਤਾਂ ਹੀ ਉਸ ਨੂੰ ਆਪਾਂ ਕਹਿੰਦੇ ਆ ਕਿ ਫਿਲਹਾਲ ਤਾਂ ਖਰਚੇ ਆ ਮਗਰ ਆਉਣ ਵਾਲੇ ਟਾਈਮ 'ਚ ਉਹ ਸਾਨੂੰ ਬੈਨੀਫਿਟ ਹੀ ਦੇਣਗੇ। ਡੈਫਰਡ ਰੈਵਨਿਊ ਐਕਸਪੈਂਡੀਚਰ ਇਸ ਤਰੀਕੇ ਨਾਲ ਉਸਦਾ ਨਾਮ ਲਿਆ ਜਾਂਦਾ ਹੈ। ਦੈਨ ਕੈਪੀਟਲ ਐਕਸਪੈਂਡੀਚਰ ਤੁਹਾਨੂੰ ਮੈਂ ਦੱਸ ਸਕਾਂ ਲੌਂਗ ਟਰਮ ਪਰਪਸ ਲਈ ਆਪਾਂ ਕੋਈ ਐਸੈਟ ਖਰੀਦ ਲਿਆ। ਹੁਣ ਉਰੇ ਕੈਪੀਟਲ ਐਕਸਪੈਂਸ ਕਰ ਰਹੇ ਹਾਂ, ਇਸ ਵਿੱਚ ਫਰਕ ਹੈ। ਇਸ ਵਿੱਚ ਕੋਈ ਆਪਾਂ ਕੋਸਟ ਖਰਚਾ ਐਸਾ ਕਰ ਰਹੇ ਜੋ ਲੌਂਗ ਟਰਮ ਪਰਪਸ ਲਈ ਹੋਏਗਾ, ਮਗਰ ਉਸ ਵਿੱਚ ਜੇ ਮੈਂ ਪਹਿਲੇ ਕਹਿ ਚੁੱਕਾ ਹੋਵਾਂ ਉਰੇ ਐਸੈਟ ਇੰਕਲੂਡ ਹੈ ਨਹੀਂ। ਕੈਪੀਟਲ ਐਕਸਪੈਂਡੀਚਰ ਵਿੱਚ ਐਸੈਟ ਇੰਕਲੂਡ ਹੁੰਦਾ ਹੈ। ਜਾਂ ਤੁਸੀਂ ਕੈਪੀਟਲ ਐਕਸਪੈਂਡੀਚਰ ਐਸੈਟ ਰੀਸੇਲ ਕਰ ਰਹੇ ਹੋ, ਹੈ ਨਾ, ਜਾਂ ਕੋਈ ਐਸੈਟ ਐਕਵਾਇਰਡ ਕਰ ਰਹੇ ਹੋ, ਉਹ ਜਿਹੜਾ ਖਰਚਾ ਹੁੰਦਾ ਉਸ ਨੂੰ ਆਪਾਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਡਨ। ਤੇ ਰੈਵਨਿਊ ਐਕਸਪੈਂਡੀਚਰ ਤੁਹਾਨੂੰ ਮੈਂ ਦੱਸ ਹੀ ਚੁੱਕਾ। ਚਲੋ ਉਸ ਤੋਂ ਬਾਅਦ ਅੱਗੇ ਦੇਖੋ। ਹੁਣ ਜਿਹੜੀਆਂ ਲੀਗੈਸਿਸ ਹੈ ਉਹਨਾਂ ਨੂੰ ਆਪਾਂ ਜਨਰਲੀ ਕਿਸ ਨਾਮ ਨਾਲ ਜਾਣਦੇ ਹਾਂ? ਕੈਪੀਟਲਾਈਜ਼ਡ ਐਂਡ ਟੇਕਨ ਇਨ ਬੈਲੈਂਸ ਸ਼ੀਟ, ਜਾਂ ਕੈਪੀਟਲ ਗੇਨ ਕਹਿੰਦੇ ਆ ਇਹਨਾਂ ਨੂੰ ਆਪਾਂ, ਜਾਂ ਡੈਫਰਡ ਰੈਵਨਿਊ ਐਕਸਪੈਂਡੀਚਰ ਕਹਿੰਦੇ ਆ, ਜਾਂ ਰੈਵਨਿਊ ਐਕਸਪੈਂਡੀਚਰ ਕਹਿੰਦੇ ਆ। ਜਿਹੜੀਆਂ ਲੀਗੈਸਿਸ ਹੁੰਦੀਆਂ ਉਹਨਾਂ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਜਨਰਲੀ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਇਹ ਕੀ ਨੇ ਸਾਡੀਆਂ? ਇਹਦਾ ਆਨਸਰ ਤੁਸੀਂ ਮੈਨੂੰ ਖੁਦ ਦੇਣਾ ਹੈ, ਤੁਹਾਡੇ ਲਈ ਹੋਮਵਰਕ ਹੈ। ਕਮੈਂਟ ਸੈਕਸ਼ਨ ਵਿੱਚ ਮੈਨੂੰ ਇਸਦਾ ਆਨਸਰ ਜ਼ਰੂਰ ਦੇਣਾ ਹੈ। ਅਗਲਾ ਕੁਐਸਚਨ ਦੇਖੋ। ਹੁਣ ਕਹਿੰਦੇ ਡਿਸਕਾਊਂਟ ਦੇਣਾ ਤਾਂ ਕਿ ਕਸਟਮਰ ਟਾਈਮਲੀ ਪੇਮੈਂਟ ਕਰ ਦੇਵੇ। ਉਸ ਡਿਸਕਾਊਂਟ ਨੂੰ ਆਪਾਂ ਕੀ ਕਹਿੰਦੇ ਹਾਂ? ਟ੍ਰੇਡ ਡਿਸਕਾਊਂਟ ਕਹਿੰਦੇ ਹਾਂ, ਕੈਸ਼ ਡਿਸਕਾਊਂਟ ਕਹਿੰਦੇ ਹਾਂ, ਨਾਰਮਲ ਡਿਸਕਾਊਂਟ ਕਹਿੰਦੇ ਹਾਂ, ਨਨ ਆਫ ਦੀ ਅਬਵ। ਇਸ ਦੇ ਬਾਰੇ ਮੈਂ ਕੱਲ ਵੀ ਡਿਸਕਸ ਕੀਤਾ ਸੀ ਤੁਹਾਡੇ ਨਾਲ। ਉਸ ਨੂੰ ਆਪਾਂ ਕਹਿੰਦੇ ਹਾਂ ਕੈਸ਼ ਡਿਸਕਾਊਂਟ ਕਹਿੰਦੇ ਹਾਂ। ਦੈਨ ਤਾਂ ਕੈਸ਼ ਡਿਸਕਾਊਂਟ ਨੂੰ ਆਪਾਂ ਨੂੰ ਜਿਹੜੀਆਂ ਦੋਨੋਂ ਪਾਰਟੀਆਂ ਨਾ, ਦੋਨੋਂ ਪਾਰਟੀ ਇੱਕ ਬਾਇਰ ਇੱਕ ਸੈਲਰ ਹੈ, ਉਹ ਦੋਨਾਂ ਨੂੰ ਆਪਣੇ ਅਕਾਊਂਟਸ ਵਿੱਚ ਦਿਖਾਉਣਾ ਹੀ ਪੈਂਦਾ ਕੈਸ਼ ਡਿਸਕਾਊਂਟ। ਟ੍ਰੇਡ ਡਿਸਕਾਊਂਟ ਦਿਖਾਉਣ ਦੀ ਲੋੜ ਨਹੀਂ ਹੁੰਦੀ। ਦੈਨ ਸਮਝ ਗਏ? ਟ੍ਰੇਡ ਡਿਸਕਾਊਂਟ ਦਿਖਾਉਣ ਦੀ ਲੋੜ ਨਹੀਂ ਹੁੰਦੀ, ਕੈਸ਼ ਡਿਸਕਾਊਂਟ ਦਿਖਾਉਣਾ ਹੀ ਪੈਂਦਾ। ਦੈਨ ਟ੍ਰੇਡ ਡਿਸਕਾਊਂਟ ਪਹਿਲੇ ਹੀ ਨਾਰਮਲੀ ਦੇ ਦਿੱਤਾ ਜਾਂਦਾ ਹੈ। ਬਾਅਦ ਵਿੱਚ ਜਦੋਂ ਆਪਾਂ ਡੀਲ 'ਤੇ ਆਉਂਦੇ ਹਾਂ ਉਸ ਵਕਤ ਜਦੋਂ ਆਪਾਂ ਵਾਊਚਰ ਕੱਢਦੇ ਹਾਂ ਤਾਂ ਉਸ ਵਕਤ ਜਦੋਂ ਮਤਲਬ ਡੀਲ 'ਤੇ ਇਹ ਹੁੰਦਾ ਹੈ ਕਿ ਕਸਟਮਰ ਨਾਲ ਦੀ ਨਾਲ ਪੇਮੈਂਟ ਕਰ ਦੇਵੇ। ਬੜੇ ਸਾਰੇ ਮਤਲਬ ਇੱਕ ਤਰ੍ਹਾਂ ਦੇ ਐਸਟੀਮੇਸ਼ਨ ਹੁੰਦੇ, ਐਕਸਪੈਕਟੇਸ਼ਨ ਹੁੰਦੇ ਆ ਮਤਲਬ ਓਨਰ ਦੇ, ਹੈ ਨਾ, ਤਾਂ ਕਿ ਉਹ ਟਾਈਮਲੀ ਪੇਮੈਂਟ ਕਰੇ, ਇੱਕ ਰੈਪੂਟੇਸ਼ਨ ਬਣੇ, ਹੈ ਨਾ। ਇੱਕ ਗਾਹਕ ਨੂੰ ਲੱਗੇ ਚਲੋ ਮੈਂ ਜਦੋਂ ਡੀਲ 'ਤੇ ਆ ਰਿਹਾ ਤਾਂ ਮੈਨੂੰ ਪੇਮੈਂਟ ਲਈ ਜੇ ਮੈਂ ਪੈਸੇ ਦੇ ਰਿਹਾ ਤਾਂ ਉਹ ਵੀ ਕੁਝ ਆਫਰ ਕਰ ਰਹੇ ਨੇ ਮੈਨੂੰ, ਤਾਂ ਇੱਕ ਡੀਲਿੰਗ, ਇੱਕ ਇੰਟਰੈਕਸ਼ਨ ਅੱਛਾ ਬਣ ਜਾਂਦਾ ਹੈ। ਸੋ ਇਸ ਕਰਕੇ ਇਸ ਨੂੰ ਕੁਝ ਕੈਸ਼ ਡਿਸਕਾਊਂਟ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅੱਗੇ ਦੇਖੋ। ਡਨ।
ऐसा एक्सपेंस जो ड्यू तो हो गया, जो इनकट तो हो गया, मगर आपने पेड नहीं किया। समझ पा रहे हो कि ऐसा एक्सपेंस जो इनकट हो चुका मगर आपने पे नहीं किया। जिवें सपोज करो बिजली का बिल, ਤੁਹਾਡੇ ਕੋਲ ਬਿੱਲ ਤਾਂ ਆ ਗਿਆ, ਹੁਣ ਤੁਹਾਡੇ ਲਈ ਇੰਨਾ ਤੁਹਾਨੂੰ ਪੇ ਕਰਨਾ ਹੈ, ਬਟ ਤੁਹਾਨੂੰ ਹਲੇ ਪੇ ਨਹੀਂ ਕੀਤਾ। ਦੈਨ ਉਸ ਨੂੰ ਆਪਾਂ ਕੀ ਕਵਾਂਗੇ? ਪ੍ਰੀਪੇਡ ਐਕਸਪੈਂਸ ਕਵਾਂਗੇ, ਐਕਰੂਡ ਇਨਕਮ ਕਵਾਂਗੇ, ਆਊਟਸਟੈਂਡਿੰਗ ਐਕਸਪੈਂਸਿਸ ਕਵਾਂਗੇ, ਕੰਟੀਜੈਂਟ ਲਾਇਬਿਲਿਟੀ ਕਵਾਂਗੇ। ਇਸ ਨੂੰ ਕਵਾਂਗੇ ਆਪਾਂ ਆਊਟਸਟੈਂਡਿੰਗ ਐਕਸਪੈਂਸ। ਦੈਨ ਕਿ ਇਨਕਰਡ ਹੋ ਗਿਆ ਮਗਰ ਹਲੇ ਆਪਾਂ ਨੇ ਪੇ ਨਹੀਂ ਕੀਤਾ। ਸਮਝ ਗਏ? ਓਕੇ, ਜੇ ਆਪਾਂ ਜਦੋਂ ਪੇ ਕਰ ਦਾਂਗੇ ਉਦੋਂ ਕੀ ਲਿਖਿਆ ਆ ਜਾਏਗਾ? ਐਕਸਪੈਂਸਿਸ ਪੇਡ। ਠੀਕ ਹੈ, ਪੇਡ। ਡਨ। ਹੁਣ ਉਸ ਤੋਂ ਬਾਅਦ ਕੰਟੀਜੈਂਟ ਲਾਇਬਿਲਿਟੀ ਕੀ ਹੁੰਦੀ ਹੈ? ਐਸੀ ਲਾਇਬਿਲਿਟੀ ਪਤਾ ਨਹੀਂ ਹੈ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਕਿੰਨੀ ਲਾਇਬਿਲਿਟੀ ਦੇਣੀ ਪਏਗੀ, ਕਿਉਂਕਿ ਆਪਾਂ ਨੇ ਕੁਝ ਪਾਸ ਵਿੱਚ ਕੁਝ ਐਸਾ ਕੀਤਾ ਹੈ ਜਿਹਦੇ ਕਰਕੇ ਫਿਊਚਰ ਵਿੱਚ ਕੁਝ ਅਨਸਰਟੇਨ ਹੈ ਨਾ, ਕਿ ਮਤਲਬ ਪਤਾ ਨਹੀਂ ਆਉਣ ਵਾਲੇ ਸਮੇਂ ਸਾਨੂੰ ਕਿੰਨੀ ਲਾਇਬਿਲਿਟੀ ਦੇਣੀ, ਕਿੰਨੀ ਦੇਣਦਾਰੀਆਂ ਦੇਣੀਆਂ। ਦੈਨ उसका जोड़ा मतलब अपने बीज बोया वो अपने कितने पास में कोई ऐसी ट्रांजैक्शन करते जिसके करके फ्यूचर में सानू पता नहीं है कि कदों कितनी पेमेंट देनी, उन्होंने कह दें आप कंटीजेंट लायबिलिटी। समझ गए? एक्रूड इनकम कि मेरी इनकम तो बनती सी मगर हले मेरे को आई नहीं, दैन मैनू इनकम रिसीव नहीं हुई, मेरा पैसा इन्ना बनता सी मगर मिलिया नहीं मैनू हले तक। एक्रूड इनकम। डन। उस बाद प्रीपेड एक्सपेंसिस जो अपने एडवांस च पे करता, जो अपने एडवांस च पे करता। अगला क्वेश्चन कहते डैश इज द प्रेजेंट लायबिलिटी ऑफ अनसर्टेन अमाउंट विच कैन बी मेजर्ड लाइबली बाय यूजिंग द सबस्टांशियल डिग्री ऑफ द एस्टिमेशन। कोई दस सकता मैंने इसका आंसर की होएगा? कंटीजेंट एसेट कवांगे, कंटीजेंट लायबिलिटी कवांगे, आउटस्टैंडिंग इनकम कवांगे, प्रोविजन कवांगे। वो कह रहे हैं कि ऐसी लायबिलिटी जो प्रेजेंट में तुम लग रही कोई अनसर्टेन अमाउंट दी है, बट जी अनसर्टेन अमाउंट है उन्होंने मैं मेजर किस तरह कर रहा, एक एस्टिमेशन लगा रहा, एक डिग्री ऑफ एस्टिमेशन लगा रहा कि मैंने इन्नी तो लायबिलिटी देनी पेगी। उसनों आप एक नाम नाल जानते हैं। किस नाम नाल जानते हैं? उसनों आप कंटीजेंट लायबिलिटी के नाम नाल जानते हैं कि मैंने पता मैंने इन्नी देनदारियां देनी है, एक मतलब एस्टिमेशन लगाने। ठीक है, क्योंकि अपने पास विच कुछ किया जिसके करके फ्यूचर में ये चीज़ देनी पेगी, लायबिलिटी देनी पेगी, तो उसनों आप भी कंटीजेंट लायबिलिटी कहते हैं। समझ गए? कंटीजेंट एसेट की हो गया कि मतलब मेरा कोई क्लेम बनता सी। डन। मेरा कोई मतलब कोई लैंड एंड बिल्डिंग लैके क्लेम बनता सी, पता नहीं फ्यूचर च उसकी मतलब जी लैंड एंड बिल्डिंग का मेरा क्लेम बनता किन्ना को मिलेगा, मैनू एक एस्टिमेशन लगा रहा कि मैनू इन्ना तो मिल जाएगा, है ना, उन्होंने कह देंगे आप कंटीजेंट एसेट। डन। आउटस्टैंडिंग इनकम कि इनकम तो बन गई मेरी मगर हाले तक मैनू मिली नहीं है। ओके। प्रोविजनस कि एडवांस विच मैं कुछ मतलब प्रोविजनस बना के चल रहे हैं ताकि टाइमली मैनू रिस्क बीयर ना करना पवे, पहले ही मैं एडवांस भी तैयारी करके चल रहा। जिवें हुंदा ना बैड डेट्स, हूँ बैड डेट्स मतलब मैनू पता है ये लोग पैसे मेरे नहीं देंगे, तो इसका एस्टिमेशन मैं पहले ही लगा के चल रहा, अपने प्रॉफिट चो हरेक महीने थोड़ा थोड़ा कड्ढी जाना, इस प्रोविजन च पाई जाना, ताकि आखिरी में मैनू चिंता ना हो जाए कि मेरी देनदारी नहीं आई, मेरा टाइम ना वेस्ट जाए। डन। अगला क्वेश्चन विच ऑफ द फॉलोइंग इज अ नॉन रैकरिंग इन नेचर। मैं तुहानूं रैकरिंग ते नॉन रैकरिंग विच डिफरेंस समझाया सी जो आपने मतलब दो डिफरेंस देखे थे, याद होवे तो नॉन रैकरिंग नेचर का किहड़ा हो सकता है? कैपिटल रिसिप्ट्स, रेवन्यू रिसिप्ट्स, बोथ ए एंड डी, कैपिटल एक्सपेंडिचर। इसका आंसर आ जाएगा अपना कैपिटल रिसिप्ट्स होंगे ने तो कैपिटल एक्सपेंडिचर होंगे ने। डन। ओके। समझ गए? इन्होंने रेवन्यू जो होएगा रैकरिंग नेचर का होएगा हमेशा, मगर जो कैपिटल होएगा तो कैपिटल एक्सपेंडिचर होगा नॉन रैकरिंग नेचर का होएगा। कभी कदाई आपको इस तरह की रिसिप्ट्स मिलती हैं, कभी कदाई आपको इस तरह का एक्सपेंडिचर करना पैंदा है। मैं रेवन्यू रिसिप्ट एक ऐसी चीज़ है जो सानू कितने ना कितने रोज डेली बेसिस से या विद इन द वीक, विद इन द मंथ सानू ये खर्चे करने ही पैंदे। ओके। तो उन्होंने आप रैकरिंग नेचर कहने तो कैपिटल रिसिप्ट्स ते कैपिटल एक्सपेंडिचर आप नॉन रैकरिंग नेचर कहने। अगला क्वेश्चन देखो, कहते जे आप कैश कढ़ा लीए परसनल यूज लई अपने बिजनस विचों। डन। अपने बिजनस विचों आप कैश कढ़ा लीए फॉर परसनल यूज, तो उसनों आप किस नाम नाल जानते हैं? कोई दस सकता मैनू? किस नाम नाल जानते हैं? ड्रॉइंग्स के नाम नाल जानते हैं। किस नाम नाल जानते हैं? ड्रॉइंग्स के नाम नाल जानते हैं। परचेसिस किनू कहने आप? ऐसे परचेसिस जो आप इसलिए खरीदे ने ताकि उन्होंने आप सेल कर सकें। ठीक है, उस विच कुछ एड ऑन करके, कुछ वैल्यू एड ऑन करके उसनों आप सेल ऑन कर सकीए, वो साड़ियाँ परचेसिस होणगियां बिजनस दीयां। डन। उस तो बाद सेल की होएगी जो साड़ी ऑलरेडी सेल होंदी है ना। सेल जिहड़ी सेल होंदी है उस विच असीं की करदे हो? कॉस्ट ऑफ गुड्स वाल माइनस कर देंगे हो तो तुहाडा ग्रोस प्रॉफिट निकल आउंदा। निकल आउंदा नहीं निकल आउंदा, है ना। चलो प्रॉफिट कदों निकलदा? नैट प्रॉफिट कदों निकलदा? जो तुहाडा ग्रोस प्रॉफिट चो इनडायरेक्ट टैक्सेस माइनस कर देंगे। डन।
अगला क्वेश्चन देखो, कहते द डेट्स विच आर टू बी रीपेड विद इन द शॉर्ट पीरियड आ ईयर और ਲੈਸ ਆਰ ਰੈਫਰ ਟੂ ਹੈਜ਼। ਕਹਿੰਦੇ ਜਿਹੜੀ ਦੇਣਦਾਰੀ ਤੁਹਾਨੂੰ ਦੇਣੀ ਹੈ ਉਹ ਮਤਲਬ 1 ਸਾਲ ਤੋਂ ਘੱਟ ਦੀ ਹੈ, ਉਹਨਾਂ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਕਰੰਟ ਲਾਇਬਿਲਿਟੀ, ਕੰਟੀਜੈਂਟ ਲਾਇਬਿਲਿਟੀ, ਫਿਕਸਡ ਐਸੈਟ, ਆਲ ਆਫ ਦੀ ਅਬਵ। ਉਹਨਾਂ ਨੂੰ ਆਪਾਂ ਕਰੰਟ ਲਾਇਬਿਲਿਟੀ ਦੇ ਨਾਮ ਨਾਲ ਜਾਣਦੇ ਹਾਂ। ਕਿਸ ਨਾਮ ਨਾਲ ਜਾਣਦੇ ਹਾਂ? ਕਰੰਟ ਲਾਇਬਿਲਿਟੀ ਦੇ ਨਾਮ ਨਾਲ ਜਾਣਦੇ ਹਾਂ। ਡਨ। ਕਰੰਟ ਲਾਇਬਿਲਿਟੀ ਦਾ ਕੀ ਮਤਲਬ ਹੋ ਗਿਆ? ऐसी लाइबिलिटी से ऐसी देनदारियाँ जो अपने 12 महीने पे करती हैं, या ऐसी देनदारियाँ जो अपन इमीडिएटली पे करनी है, या ऐसी देनदारियाँ जो अपन आफ्टर एक साल तो बाद पे करनी है, ऐसी देनदारियाँ जो अपन 3 महीने पे करनी है। ਇਹਦਾ ਸਾਫ ਤੇ ਬਿਲਕੁਲ ਸਹੀ ਆਨਸਰ ਕੀ ਹੋਏਗਾ? ए ऑप्शन होएगा, माफ़ करना, ए ऑप्शन हो जाएगा। लाइबिलिटी जो अपने 12 महीने के अंदर अंदर पे करनी है। डन। ओके, हुण इन्हां च मैनूं कोई दस सकदा करंट एसेट किहड़ा इस चों? मैं तुहानूं करंट एसिड ते नॉन करंट एसिड बारे कल समझाया सी कि नॉन करंट ते करंट विच की फर्क हुंदा है। दैन नॉन करंट नूं आपां किते ना फिक्सड भी कहने आ। किहड़ा होएगा? बैंक बैलेंस होएगा। क्यों कह रहे हैं आप इस तरीके नाल? क्योंकि नॉन मतलब करंट एसिड इनू क्यों कहने? क्योंकि वधदा घटदा रहिंदा। बैंक बैलेंस तुहाडा एक मतलब एक हुण तुसीं बिजनेस करोगे, बैंक तो कोई ट्रांजैक्शन जाणगियां भी ते आणगियां भी, है ना? कुछ रिसीवड होएगा, कुछ पेमेंट होएगी भी। क्या ऊपर थल्ले हो रही है ना? बैलेंस ऊपर थल्ले हो रहे है ना? तो फिक्स किनू कहांगे? जो चीज़ फिक्स रहिंदी। बिल्डिंग है फिक्स है, प्लांट है फिक्स है, गुडविल है फिक्स है। मगर बैंक ऐसी चीज़ है जो विद इन द 12 मंथ्स ऊपर थल्ले हुंदा रहिंदा है। कैश भी एक ऐसी चीज़ है ना? चलो उस तो बाद ਹੁਣ ਆਪਾਂ ਇਹ ਸਾਰੇ MCQs ਦੀ ਪ੍ਰੈਕਟਿਸ ਕਰ ਲਈ ਹੈ। ਹੁਣ ਆਪਾਂ ਅੱਗੇ ਕੁਝ ਕਨਸੈਪਟਸ ਪੜਾਂਗੇ, ਹੈ ਨਾ? ਮੈਂ ਤੁਹਾਨੂੰ ਸਿਰਫ ਅੱਜ ਜਿਹੜਾ ਅਕਾਊਂਟਿੰਗ ਕਨਸੈਪਟਸ ਕਨਵੈਨਸ਼ਨ ਨੂੰ ਨਾ ਥੋੜਾ ਜਿਹਾ ਇੰਟਰੋਡਕਸ਼ਨ ਦੇਵਾਂ। ਇਹਨਾਂ ਨੂੰ ਆਪਾਂ ਡਿਟੇਲ 'ਚ ਪੜ੍ਹਨਾ ਹੈ। ਫਿਲਹਾਲ ਆਪਾਂ ਕੁਝ ਸਮਝਦੇ ਹਾਂ ਇਸ 'ਚੋਂ। ਹੁਣ ਨਾ ਪਤਾ ਕੀ ਗੱਲ ਕਿ ਬਿਜ਼ਨਸ ਨੂੰ ਆਪਾਂ ਜੇ ਆਪਾਂ ਅਕਾਊਂਟਿੰਗ ਹਿਸਾਬ ਸਿਰ ਦੇਖੀਏ ਤਾਂ ਕੁਝ ਕਨਵੈਨਸ਼ਨਸ ਨੇ, ਕੁਝ ਕਨਸੈਪਟਸ ਜਿਨ੍ਹਾਂ ਨੂੰ ਲੈ ਕੇ ਚੱਲਣਾ ਹੁੰਦਾ ਹੈ ਨਾ? ਜਿਨ੍ਹਾਂ ਨੂੰ ਜੇ ਤੁਸੀਂ ਲੈ ਕੇ ਨਹੀਂ ਚੱਲੋਗੇ ਤੁਹਾਡੇ ਸਾਰਾ ਮਤਲਬ ਜਿਹੜਾ ਅਕਾਊਂਟਿੰਗ ਸਿਸਟਮ ਹੈ ਖਰਾਬ ਹੋ ਜਾਏਗਾ। ਆਪਣੇ ਹਿਸਾਬ ਸੇ ਨਹੀਂ ਚੱਲ ਸਕਦਾ। ਤੁਹਾਨੂੰ ਕੁਝ ਚੀਜ਼ਾਂ ਨੂੰ ਕੰਸੀਡਰ ਕਰਨਾ ਹੋਏਗਾ। ਜੋ ਪ੍ਰਿੰਸੀਪਲਸ ਹੈ, ਜੋ ਇੱਕ ਤਰੀਕੇ ਨਾਲ ਇਹ ਕਹਿ ਲਓ ਕਿ ਇੱਕ ਬੇਸ ਬਣਾਉਂਦੀ ਹੈ ਤੁਹਾਡਾ ਬਿਜ਼ਨਸ, ਇੱਕ ਯੂਨੀਵਰਸਲ ਤਰੀਕੇ ਨਾਲ ਸਾਹਮਣੇ ਨਿਕਲ ਕੇ ਸਾਹਮਣੇ ਆਉਂਦਾ ਕਿ ਹਾਂ ਕਿ ਇਹ ਸਾਰੇ ਇਸ ਕਨਵੈਨਸ਼ਨਸ ਨੂੰ ਮੰਨੇ ਹੋਏ ਨੇ। ਹਾਲਾਂਕਿ ਇਹ ਹੋ ਸਕਦਾ ਕਿ ਸਾਰਿਆਂ 'ਚੋਂ ਹਰੇਕ ਕੋਈ ਬਿਜ਼ਨਸ ਆਪਣੇ ਕਨਵੈਨਸ਼ਨਸ ਨਹੀਂ ਮੰਨਦਾ ਹੋਏਗਾ, ਮਗਰ ਕੁਝ ਤਾਂ ਮੰਨਦਾ ਹੀ ਹੋਏਗਾ। ਜੇ ਫੋਰ ਐਗਜ਼ਾਮਪਲ ਸਭ ਤੋਂ ਪਹਿਲਾਂ ਹੈਗਾ ਬਿਜ਼ਨਸ ਐਂਟੀਟੀ ਕੰਸੈਪਟ। ਇਹ ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਕਿ ਕਾਕਾ ਜੀ ਓਨਰ ਅਲੱਗ ਹੈ ਅਤੇ ਬਿਜ਼ਨਸ ਅਲੱਗ ਹੈ, ਦੋਨੋਂ ਇਕੱਠੇ ਨਹੀਂ ਹੋ ਸਕਦੇ। ਓਨਰ ਜਿਹੜਾ ਬਿਜ਼ਨਸ ਨੂੰ ਚਲਾ ਰਿਹਾ, ਬਿਜ਼ਨਸ ਦੇ ਪਰਸਪੈਕਟਿਵ ਨਾਲ ਸੋਚੇਗਾ, ਆਪਣੇ ਪਰਸਪੈਕਟਿਵ ਨਾਲ ਨਹੀਂ ਸੋਚੇਗਾ। ਜੇ ਉਹ ਬਿਜ਼ਨਸ ਦੇ ਪਰਸਪੈਕਟਿਵ ਨਾਲ ਸੋਚੇਗਾ ਤਾਂ ਉਹ ਜੇ ਬਿਜ਼ਨਸ 'ਚ ਕੋਈ ਪੈਸਾ ਕੱਢੇਗਾ ਕੱਲ੍ਹ ਉਹਨੂੰ ਪਾਉਣਾ ਵੀ ਪੈਣਾ। ਬਿਜ਼ਨਸ ਅਲੱਗ ਹੈ, ਓਨਰ ਅਲੱਗ ਹੈ। ਤੁਹਾਨੂੰ ਵੈਲਿਊ ਦੇਣੀ ਹੈ ਬਿਜ਼ਨਸ ਨੂੰ। ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਬਿਜ਼ਨਸ ਬਾਰੇ ਸੋਚ ਕੇ ਕਰਨੀ ਹੈ। ਕੋਈ ਦੇਣਦਾਰੀ ਦੇਣੀ ਹੈ ਬਿਜ਼ਨਸ ਦੇ ਹਿਸਾਬ ਸਿਰ ਦੇਣੀ ਹੈ। ਆਪਣੇ ਸੈਲਫ ਲਈ ਨਹੀਂ ਦੇਣੀ। ਤੁਹਾਨੂੰ ਬਿਜ਼ਨਸ ਨੂੰ ਸੋਚ ਕੇ ਦੇਣਾ ਕਿ ਬਿਜ਼ਨਸ ਕੀ ਕਹਿੰਦਾ। ਹੁਣ ਤੁਹਾਡੀ ਇਮੋਸ਼ਨਸ ਤਾਂ ਕਹਿੰਦੇ ਹੋਣ ਕਿ ਮੈਂ ਹਰੇਕ ਇੰਪਲੋਈ ਨੂੰ ਨਾ ਹਟਾਵਾਂ, ਮਗਰ ਬਿਜ਼ਨਸ ਕਹਿ ਰਿਹਾ, ਬਿਜ਼ਨਸ ਟ੍ਰਾਂਜੈਕਸ਼ਨਸ ਕਹਿ ਰਹੀਆਂ ਕਿ ਤੁਹਾਡੀ ਸੇਲ ਇੰਨੀ ਹੋਰ ਨਹੀਂ ਦੀ, ਤੁਹਾਨੂੰ ਕੁਝ ਇੰਪਲੋਈਸ ਨੂੰ ਹਟਾਉਣਾ ਪੈਣਾ, ਆਪਣਾ ਖਰਚਾ ਸਹੀ ਤਰੀਕੇ ਨਾਲ ਨਿਕਾਲਣਾ ਪੈਣਾ, ਤੁਹਾਨੂੰ ਨਿਕਾਲਣਾ ਪਏਗਾ। ਇਹਨੂੰ ਕਹਿੰਦੇ ਨੇ ਬਿਜ਼ਨਸ ਐਂਟੀਟੀ ਕੰਸੈਪਟ, ਕਿ ਖੁਦ ਨੂੰ ਸਾਈਡ 'ਤੇ ਰੱਖ ਕੇ ਬਿਜ਼ਨਸ ਬਾਰੇ ਸੋਚਣਾ। ਮਨੀ ਮੈਜਰਮੈਂਟ ਕਿ ਆਪਣਾ ਸਾਫ਼ ਕਿਹਾ ਜਾਂਦਾ ਅਕਾਊਂਟਿੰਗ ਵਿੱਚ ਕਿ ਜੇ ਮਨੀ ਇਨਵੋਲਵਡ ਹੈ ਤਾਂ ਹੀ ਉਹ ਅਕਾਊਂਟਿੰਗ ਦਾ ਮਤਲਬ ਹਿਸਾਬ ਬਣੇਗਾ, ਤਾਂ ਹੀ ਅਕਾਊਂਟਿੰਗ ਆ ਕੇ ਆਪਣਾ ਕੰਮ ਕਰੇਗੀ, ਨਹੀਂ ਤਾਂ ਨਹੀਂ ਕਰੇਗੀ। ਇਹ ਕੁਆਲਿਟੀਵ ਪਰਪਸ ਲਈ ਨਹੀਂ ਕੰਮ ਕਰੇਗੀ। ਮੋਟੀਵੇਸ਼ਨ ਕਰਨਾ ਹੈ ਨਾ, ਇਹ ਚੀਜ਼ਾਂ ਨਹੀਂ ਕੰਮ ਕਰਨਗੀਆਂ। ਆਪਣੀਆਂ ਆਰਡਰਸ ਦੇਣੇ, ਇਹ ਚੀਜ਼ਾਂ ਨਹੀਂ ਕੰਮ ਕਰਨਗੀਆਂ। ਦੈਨ ਅਤੇ ਪ੍ਰੋਪਰ ਬਿਜ਼ਨਸ ਚਲਾਉਣ ਲਈ ਇੱਕ ਅਕਾਊਂਟਿੰਗ ਪੀਰੀਅਡ ਹੋਏਗਾ। ਦੈਨ ਕਿ 12 ਮਹੀਨਿਆਂ ਦਾ ਪੀਰੀਅਡ ਹੋਏਗਾ ਜਿਹੜਾ ਆਪਣਾ 1 ਅਪ੍ਰੈਲ ਤੋਂ 31 ਮਾਰਚ ਤੱਕ ਚੱਲਦਾ। ਇੱਕ ਪੀਰੀਅਡ ਬਣਾ ਕੇ ਚੱਲਾਂਗੇ। ਇਹ ਨਹੀਂ ਹੈ ਕਿ 10 ਸਾਲ ਦੀ ਕਾਊਂਟਿੰਗ ਕਰਾਂਗੇ ਜਾਂ 5 ਸਾਲ ਦੀ ਕਾਊਂਟਿੰਗ ਕਰਾਂਗੇ, ਉਹਦਾ ਬਿਜ਼ਨਸ ਦੇਖਾਂਗੇ। 1 ਸਾਲ ਦੇਖਾਂਗੇ, ਫਿਰ ਦੇਖਾਂਗੇ ਕਿਸ ਤਰ੍ਹਾਂ ਇੰਪਰੂਵਮੈਂਟ ਕਰਨੀ ਹੈ। ਗੋਇੰਗ ਕੰਸਰਨ ਜੇ ਮੈਂ ਗੱਲ ਕਰਾਂ ਕਿ ਬਿਜ਼ਨਸ ਨੂੰ ਇਸ ਤਰੀਕੇ ਨਾਲ ਸ਼ੁਰੂਆਤ ਕਰਨੀ ਹੈ ਕਿ ਆਪਾਂ ਇਹ ਸੋਚ ਕੇ ਕਰ ਰਹੇ ਕਿ ਲੌਂਗ ਟਰਮ ਪਰਪਸ ਲਈ ਕਰ ਰਹੇ। ਇਹ ਨਹੀਂ ਹੈ ਕਿ 2-3 ਮਹੀਨੇ ਬਾਅਦ ਬੰਦ ਕਰਤਾ, ਫਿਰ ਤਾਂ ਉੱਥੇ ਅਕਾਊਂਟਿੰਗ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਸਮਝ ਗਏ? ਡਿਊਅਲ ਐਸਪੈਕਟ ਇਸਦਾ ਕੀ ਮਤਲਬ ਹੋ ਗਿਆ ਕਿ ਕੋਈ ਵੀ ਟ੍ਰਾਂਜੈਕਸ਼ਨ ਹੋਈ ਹੈ ਉਹ ਤਾਂ ਦੋ ਤਰਫਾ ਤਾਂ ਇਫੈਕਟ ਪਏਗਾ ਹੀ ਪਏਗਾ। ਇਹ ਤੁਸੀਂ ਇਸ ਤਰੀਕੇ ਨਾਲ ਵੀ ਲਾ ਸਕਦੇ ਹੋ। ਜੇ ਤੁਹਾਡੇ ਪੈਸੇ ਹੈ 50 ਰੁਪਏ, ਤੁਹਾਨੂੰ 40 ਰੁਪਏ ਦੇ ਟਮਾਟਰ ਖਰੀਦ ਲਏ ਹੈ ਨਾ, ਤਾਂ ਤੁਹਾਡੇ ਕੋਲ ਕੀ ਆਇਆ? ਟਮਾਟਰ ਆਏ, ਤਾਂ ਤੁਹਾਡੀ ਜੇਬ 'ਚੋਂ ਕੀ ਗਿਆ? ਪੈਸਾ ਗਿਆ। ਡਿਊਲ ਹੋ ਗਿਆ ਨਾ, ਦੋ ਹਰਸਾ ਮਤਲਬ ਇਫੈਕਟ ਪੈ ਗਿਆ ਨਾ। ਇੱਕ ਜਗ੍ਹਾ ਪਲੱਸ ਹੋਇਆ, ਇੱਕ ਜਗ੍ਹਾ ਮਾਈਨਸ ਹੋਇਆ। ਇਹ ਚੀਜ਼ਾਂ ਦੇਖਣ ਨੂੰ ਮਿਲੇਗੀ। ਇਹਨੂੰ ਆਪਾਂ ਕੀ ਕਹਿੰਦੇ ਹਾਂ ਅਕਾਊਂਟਿੰਗ ਵਿੱਚ? ਡੈਬਿਟ ਕ੍ਰੈਡਿਟ ਕਹਿੰਦੇ ਹਾਂ। ਡਨ? ਓਕੇ।
ਬਾਕੀ ਬਾਕੀ ਜਿਹੜੇ ਕਨਸੈਪਟਸ ਨੇ ਉਹਨਾਂ ਆਪਾਂ ਡਿਟੇਲ 'ਚ ਪੜਾਂਗੇ। ਫਿਲਹਾਲ ਚੀਜ਼ਾਂ ਤੁਸੀਂ ਇੰਨੀਆਂ ਸਮਝ ਸਕਦੇ ਹੋ। ਉਸ ਤੋਂ ਬਾਅਦ ਅਕਾਊਂਟਿੰਗ ਸਟੈਂਡਰਡ। ਦੈਨ ਅਕਾਊਂਟਿੰਗ ਸਟੈਂਡਰਡ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਕਹਿੰਦੇ ਜਿਹੜੇ ਸਟੈਂਡਰਡ ਹੁੰਦੇ ਆ ਉਹ ਇੱਕ ਤਰੀਕੇ ਨਾਲ ਜਦੋਂ ਆਪਾਂ ਫਾਈਨੈਂਸ਼ੀਅਲ ਰਿਪੋਰਟਿੰਗ ਕਰਨੀ ਹੁੰਦੀ ਹੈ ਉਹਦੇ ਲਈ ਇੱਕ ਪ੍ਰਾਇਮਰੀ ਸੋਰਸ ਬਣ ਜਾਂਦੇ ਨੇ। ਜਦੋਂ ਆਪਾਂ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਇਹਨਾਂ ਸਟੈਂਡਰਡ ਆਧਾਰ 'ਤੇ ਆਪਾਂ ਨੇ ਕੰਮ ਕਰਨਾ, ਜਿਵੇਂ ਅਕਾਊਂਟਿੰਗ ਸਟੈਂਡਰਡ 1 ਹੋ ਗਿਆ। ਇਸ ਵਿੱਚ ਕੀ ਹੁੰਦਾ ਕੀ ਹੈ, ਇਸ ਵਿੱਚ ਤੁਹਾਨੂੰ ਦੱਸਿਆ ਹੁੰਦਾ ਹੈ, ਰੂਲਸ ਰੈਗੂਲੇਸ਼ਨ ਦੱਸੇ ਹੁੰਦੇ ਆ, ਕਿਸ ਤਰ੍ਹਾਂ ਮੈਜ਼ਰ ਕਰਨਾ ਹੈ, ਠੀਕ ਹੈ, ਕਿਸ ਤਰ੍ਹਾਂ ਆਪਾਂ ਨੇ ਐਸੈਟ ਨੂੰ ਮੈਜ਼ਰ ਕਰਨਾ, ਉਹਦੀ ਡੈਪਰੀਸ਼ੀਏਸ਼ਨ ਕਿਸ ਤਰ੍ਹਾਂ ਮੈਜ਼ਰ ਕਰਨੀ ਹੈ, ਕਿਸ ਤਰ੍ਹਾਂ ਪ੍ਰੋਫਿਟ ਐਂਡ ਲੋਸ ਲੈ ਕੇ ਚੱਲਣਾ ਆਪਾਂ ਨੇ, ਕਿਸ ਤਰ੍ਹਾਂ ਕੈਲਕੂਲੇਟ ਕਰਨਾ ਆਪਾਂ ਨੇ ਅਕਾਊਂਟਿੰਗ ਵਿੱਚ, ਮਤਲਬ ਕੈਲਕੂਲੇਸ਼ਨ ਕਿਸ ਤਰ੍ਹਾਂ ਕਰਨੀ ਹੈ, ਉਹ ਅਕਾਊਂਟਿੰਗ ਸਟੈਂਡਰਡ ਦੱਸਦੇ ਨੇ ਸਾਨੂੰ। ਸਾਫ਼ ਜੀ ਗੱਲ ਸਮਝ ਗਏ। ਅਕਾਊਂਟਿੰਗ ਪੋਲਿਸੀਜ਼, ਹੁਣ ਜਿਹੜੀ ਅਕਾਊਂਟਿੰਗ ਪੋਲਿਸੀਜ਼ ਹੁੰਦੀਆਂ ਹਰੇਕ ਬਿਜ਼ਨਸ ਆਪਣੇ ਹਿਸਾਬ 'ਚ ਚਲਾਉਂਦਾ। ਅਕਾਊਂਟਿੰਗ ਸਟੈਂਡਰਡ ਨੂੰ ਦੇਖ ਲੈਂਦਾ, ਜਨਰਲ ਅਕਾਊਂਟਿੰਗ ਪ੍ਰਿੰਸੀਪਲਸ ਨੂੰ ਪੜ੍ਹ ਲੈਂਦਾ, ਉਸ ਹਿਸਾਬ 'ਚ ਫਿਰ ਆਪਣਾ ਬਿਜ਼ਨਸ ਜਿਸ ਤਰ੍ਹਾਂ ਦਾ ਉਹਦਾ ਬਿਜ਼ਨਸ ਦਾ ਨੇਚਰ ਹੈ ਉਸ ਹਿਸਾਬ 'ਚ ਆਪਣੀ ਪੋਲਿਸੀਜ਼ ਬਣਾਉਂਦਾ, ਫਿਰ ਉਸ ਪੋਲਿਸੀ ਦੇ ਆਧਾਰ 'ਤੇ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਪ੍ਰੀਪੇਅਰ ਕਰਦਾ। ਓਕੇ, ਉਸ ਹਿਸਾਬ 'ਚ ਆਪਣੀਆਂ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟ ਹੈ ਉਹ ਪ੍ਰੀਪੇਅਰ ਕਰੇਗਾ। ਇਹ ਧਿਆਨ 'ਚ ਰੱਖਣਾ। ਦੈਨ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਣਾ ਅਕਾਊਂਟਿੰਗ ਸਿਸਟਮ ਦੋ ਤਰੀਕੇ ਨਾਲ ਹੋ ਸਕਦਾ ਹੈ। ਇੱਕ ਹੁੰਦਾ ਡਬਲ ਐਂਟਰੀ ਸਿਸਟਮ, ਇੱਕ ਹੁੰਦਾ ਸਿੰਗਲ ਐਂਟਰੀ ਸਿਸਟਮ। ਸਿੰਗਲ ਐਂਟਰੀ 'ਚ ਕੀ ਹੋਏਗਾ, ਜ਼ਿਆਦਾ ਡੈਬਿਟ ਹੋਏਗਾ, ਜ਼ਿਆਦਾ ਕ੍ਰੈਡਿਟ ਹੋਏਗਾ। ਕਿ ਜੇ ਮੇਰੇ ਕੋਲ ਪੈਸਾ ਆਇਆ ਮੈਂ ਸਿਰਫ ਆਪਣੇ ਕੈਸ਼ ਦੀ ਟ੍ਰਾਂਜੈਕਸ਼ਨ ਲਿਖ ਦਾਂਗਾ, ਠੀਕ ਹੈ, ਮਗਰ ਕਿਸ ਤੋਂ ਆਇਆ ਇਸ ਬਾਰੇ ਮੈਨੂੰ ਕੋਈ ਲੈਣਾ ਦੇਣਾ ਨਹੀਂ। समझ गए। मैं डेबिट क्रेडिट लिख रहा, जे मैं परचेसिस किए मैंने परचेसिस के अमाउंट पाती, मगर मैंने ये नहीं लिखा कि मेरे कैश चो भी पैसा गया है। जो मैंने कुछ खरीदा है तो मैंने परचेसिस अमाउंट पाती, मगर मैंने ये नहीं लिखा कि मेरे कैश चो भी माइनस हो गया अमाउंट। सिंगल एंट्री सिस्टम होगा। डबल एंट्री मतलब कि मैंने दोनों पासे असर दिखाया है कि जे मैं कुछ परचेज कर रहा तो परचेसिस के स्टॉक वो स्टॉक ऐड हो गया, ठीक है, उत्थे प्लस करता। जे मैंने कैश से पे किया तो वो माइनस तो होएगा। डन, ये हो जाएगा दो तरफा इफैक्ट। डन, जिवें फॉर एग्जाम्पल इसनूं मैं एक एंट्री ने समझा दिना तुहानूं। जिवें मान लो परचेसिस किते गुड्स फॉर कैश है ना, तो आपां की लिखते हैं, परचेसिस अकाउंट डेबिट टू कैश। डन, हुण जो आपां परचेसिस का खाता खोलांगे उस खाते में आपां डेबिट साइड ते की पावांगे, टू कैश, तो कैश का खाता खोलांगे तो कैश के क्रेडिट साइड ते की पावांगे, बाय परचेसिस। मैं तुहानूं हमेशा दस्सिआ कि जिहड़ी डेबिट साइड सी कैश की वो रिसिप्ट की हुंदी है, क्रेडिट साइड जिहड़ी हुंदी है पेमेंट्स की हुंदी है। जे आपां ने क्रेडिट साइड पाई मतलब कैश गया है तो उसकी पेमेंट बारे जानकारी आपने दसती कि आपने साडा कैश क्यों गया, क्योंकि आपने परचेसिस किए हैं। समझ गए। ओके, इनू कहते डबल एंट्री सिस्टम। बाकी तुसीं जाणदे ही हो, तुहानूं मतलब कुछ तो पढ़िया ही है, पर तुहानूं एक ओवरव्यू दे रहा मैं। हुण टाइप्स ऑफ अकाउंट्स की हुंदे, एक हुंदा परसनल अकाउंट, एक हुंदा इंपरसनल अकाउंट। परसनल अकाउंट विच नैचुरल परसनल भी आ जाते। हूँ परसनल परसन की गल आ गई, उस भी अगों टाइप्स ने। एक नैचुरल परसन जो प्रॉपरली XYZ कोई परसन हो सकता है, एक आर्टिफिशियल परसन हो सकता है। वो SBI बैंक वो भी एक परसनल अकाउंट में आएगा, ठीक है। एक मतलब है आर्टिफिशियल ही है, कोई बंदा नहीं दिख रहा, मगर तुम दिखता रहे ना SBI है, एक कंपनी है ना। उसको रिप्रजेंटेटिव कि वो किसी को रिप्रजेंट कर रहा है, रिप्रजेंटेटिव हो रहा है। न्यू प्रीपेड एक्सपेंसिस रिप्रजेंटेटिव है। अक्रूड इनकम, इस तो इनकम आनी है और रिप्रजेंटेटिव हो जाएगा। आउटस्टैंडिंग एक्सपेंसिस रिप्रजेंटेटिव हो जाएगा। इंपरसनल अकाउंट किहड़े हो जाएंगे, रियल अकाउंट ते नॉमिनल अकाउंट। रियल अकाउंट सिर्फ आप एसेट बारे गल्लां आखदे हां, मोस्टली एसेट बारे गल्लां। नॉमिनल विच आपां खर्चियां ते प्रॉफिट बारे गल आखदे हां, इनकम ते लॉस बारे, खर्चियां बारे, लॉस बारे, प्रॉफिट बारे, इन्हां विच आपां नॉमिनल अकाउंट विच गल्लां आखदे हां। सो टाइप्स ऑफ अकाउंट दो तरीके नाल वंडिया होया, परसनल अकाउंट, इंपरसनल अकाउंट। परसनल विच आपां तीन तरीके नाल देखदे हां। एक नैचुरल परसन जो सानूं हार्ड मार्क दा जिंदा बंदा देखण नूं मिलदा है, ठीक है, जिहड़ा XYZ हो गया। एक आर्टिफिशियल परसन SBI बैंक हो गया, बैंक हो गए जिहड़े, कंपनी हो गई, उन्होंने आप आर्टिफिशियल परसन कहता। हालांकि देखने को सानूं दिख नहीं रहा वो बंदा, मगर कंपनी की तो एक वैल्यू है ना। कंपनी तो अपने आप एक ब्रांड रखती है, कंपनी अपने आप एक कुछ कहती है, उसका जो कंपनी का केस पेगा वो कंपनी के नाम से ही पेगा ना, तो उन्होंने आप आर्टिफिशियल परसन कहता। वो किसी अंडर आ जाएगा, पर्सनल अकाउंट के अंडर आ जाएगा। रिप्रजेंटेटिव आप रिप्रजेंटेटिव दस रहे हैं कि ये आउटस्टैंडिंग एक्सपेंसिस है, ये जो एक्सपेंसिस आउटस्टैंडिंग है इस परसन ने पे करने हैं, वो रिप्रजेंटेटिव हो जाएगा। इंपरसनल विच आ जाएगा, जिहड़े परसनल विच नहीं आउंदे वो किहड़े होंदे रियल अकाउंट। इस विच आपां एसेट बारे गल्लां आखदे हां। नॉमिनल अकाउंट, नॉमिनल अकाउंट खर्चियां बारे, इनकम बारे, डन ते लॉस बारे गल्लां आखदे हां। और नॉमिनल अकाउंट विच इस तरह की गल्लां आखियां जांदियां। ओके, हुण आपां गोल्डन रूल्स जिहड़े सानूं इंपोर्टेंट हुंदे हैं, जो साडे हमेशा यूनीवर्सल रहणगे। हुण परसनल अकाउंट, जदों आपां परसनल अकाउंट की गल्लां आखांगे उस विच आपां ने जिहड़ी ट्रांजैक्शनस करनी है वो किस तरीके नाल करनी है। जे कोई डेबिट होएगा वो हमेशा रिसीवर होएगा, ये ध्यान रखना, ठीक है। डेबिट हमेशा, मैंने लिखा नहीं जा रहा, माफ करना, डेबिट जिहड़ा है हमेशा रिसीवर होएगा,
ਡਨ। ਕ੍ਰੈਡਿਟ ਮਤਲਬ ਜਿਹੜਾ ਗਿਵਰ ਹੋਏਗਾ। ਇਹ ਤੁਹਾਨੂੰ ਅੱਗੇ ਜਦੋਂ ਮੈਂ ਟ੍ਰਾਂਜੈਕਸ਼ਨਸ ਕਰਾਵਾਂ ਤੁਹਾਨੂੰ ਸਮਝ ਆ ਜਾਏਗਾ। ਤੁਹਾਨੂੰ ਕੁਛ ਤਾਂ ਪੜ੍ਹਿਆ ਹੀ ਹੋਇਆ ਤੁਹਾਨੂੰ ਨੋਮੀਨਲ ਅਕਾਊਂਟ ਵਿੱਚ। ਜਦੋਂ ਵੀ ਆਪਾਂ ਕੁਛ ਨੋਮੀਨਲ ਅਕਾਊਂਟ ਦਾ ਕੋਈ ਮਤਲਬ ਨੇਚਰ ਦਾ ਕੋਈ ਮਤਲਬ ਕੀ ਨਾਮ ਹੈ, ਕੀ ਕਹਿੰਦੇ ਆ, ਕੋਈ ਥਿੰਕ ਆ ਗਿਆ, ਜਿਵੇਂ ਕੋਈ ਮਤਲਬ ਖਰਚਾ ਆ ਗਿਆ, ਖਰਚੇ ਨੂੰ ਹਮੇਸ਼ਾ ਕੀ ਕਰਨਾ, ਡੈਬਿਟ ਕਰਨਾ। ਡੈਬਿਟ ਆਲ ਐਕਸਪੈਂਸਿਸ, ਜਿੰਨੇ ਵੀ ਖਰਚੇ ਆ ਉਹ ਡੈਬਿਟ ਹੋ ਜਾਣਗੇ। ਜਿਵੇਂ ਕੋਈ ਟ੍ਰਾਂਜੈਕਸ਼ਨ ਹੋਈ ਕਿ ਮੈਨੇ ਇਹ ਐਕਸਪੈਂਸਿਸ ਪੇਡ ਕੀਤੇ, ਤੁਹਾਡੇ ਦਿਮਾਗ 'ਚ ਆ ਜਾਣਾ ਚਾਹੀਦਾ ਕਿ ਜੇ ਐਕਸਪੈਂਸਿਸ ਹੈ ਇਹ ਤਾਂ ਨੋਮੀਨਲ ਅਕਾਊਂਟ ਦਾ ਪਾਰਟ ਹੈ। ਜੇ ਨੋਮੀਨਲ ਅਕਾਊਂਟ ਦਾ ਪਾਰਟ ਹੈ ਉਹਦਾ ਰੂਲ ਕੀ ਕਹਿੰਦਾ, ਡੈਬਿਟ ਆਲ ਐਕਸਪੈਂਸਿਸ। ਤੇ ਕ੍ਰੈਡਿਟ ਕੀ ਕਰਦੇ ਆਪਾਂ, ਆਲ ਗੇਨਸ। ਯਾਨੀ ਕਿ ਜੇ ਕੋਈ ਟ੍ਰਾਂਜੈਕਸ਼ਨ ਆ ਗਈ ਕਿ ਤੁਹਾਨੂੰ ਇਨਕਮ ਰਿਸੀਵਡ ਕੀਤੀ ਹੈ ਤਾਂ ਕ੍ਰੈਡਿਟ 'ਚ ਇਨਕਮ ਆ ਜਾਏਗੀ। ਸਮਝ ਗਏ? ਤੁਹਾਨੂੰ ਇਹ ਪਤਾ ਲੱਗ ਗਿਆ ਜੇ ਇਨਕਮ ਆਈ ਹੈ ਮੈਨੂੰ ਤਾਂ ਇਹਦਾ ਮਤਲਬ ਨੋਮੀਨਲ ਅਕਾਊਂਟ ਦਾ ਪਾਰਟ ਹੈ। ਹੁਣ ਰੀਅਲ ਅਕਾਊਂਟ ਦੀ ਗੱਲ ਕਰਾਂ, ਤੁਹਾਨੂੰ ਮੈਂ ਕਿਹਾ ਹਮੇਸ਼ਾ ਐਸੈਟ ਦੀ ਗੱਲਾਂ ਹੁੰਦੀਆਂ। ਜੇ ਕੋਈ ਐਸੈਟ ਆਇਆ, ਇਨਕਰੀਜ਼ ਹੋਇਆ ਐਸੈਟ, ਜੋ ਫਰਨੀਚਰ ਖਰੀਦਿਆ ਤੁਹਾਨੇ, ਤਾਂ ਡੈਬਿਟ ਕੀ ਹੋਏਗਾ, ਡੈਬਿਟ ਵਰਡਸ ਕਮਸ ਇਨ। ਫਰਨੀਚਰ ਨੂੰ ਡੈਬਿਟ ਕਰ ਦਾਂਗੇ ਆਪਾਂ। ਹੁਣ ਕ੍ਰੈਡਿਟ ਕੀ ਕਰਾਂਗੇ, ਵਰਡ ਗੋਸ ਆਊਟ। ਤੁਹਾਨੂੰ ਪਤਾ ਕੈਸ਼ ਇੱਕ ਤਰ੍ਹਾਂ ਦਾ ਐਸੈਟ ਹੈ, ਕਰੰਟ ਐਸੈਟ ਹੈ, ਤਾਂ ਕ੍ਰੈਡਿਟ ਕੈਸ਼ ਕਰ ਦਾਂਗੇ। ਇੱਕੋ ਟ੍ਰਾਂਜੈਕਸ਼ਨ ਵਿੱਚ ਦੋਨਾਂ ਦੇ ਰੂਲਸ ਲੱਗ ਗਏ। ਸਮਝ ਪਾ ਰਹੇ ਹੋ? ਅੱਗੇ ਜੋ ਆਪਾਂ ਇਹਨੂੰ ਐਂਟਰੀਜ਼ ਕਰਾਂਗੇ ਤੁਹਾਨੂੰ ਸਮਝ ਆ ਜਾਏਗਾ। ਠੀਕ ਹੈ? ਸੋ ਇਹ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ, ਕੁਛ ਪੁਆਇੰਟ ਸਮਝ ਆਏ। ਦੈਨ ਪਰਸਨਲ ਅਕਾਊਂਟ ਵਿੱਚ 3 ਤਰੀਕੇ ਨਾਲ ਹੁੰਦਾ ਹੈ, ਨੈਚੁਰਲ, ਆਰਟੀਫਿਸ਼ਲ, ਰਿਪਰੈਜ਼ੈਂਟੇਟਿਵ ਧਿਆਨ ਨਾਲ ਦੇਖ ਲਓ। ਇਸ ਤਰ੍ਹਾਂ ਐਮਸੀਕਿਊਜ਼ ਪੁੱਛੇ ਜਾਂਦੇ ਆ। ਆਊਟਸਟੈਂਡ ਐਕਸਪੈਂਸਿਸ ਵੀ ਰਿਪਰੈਜ਼ੈਂਟੇਟਿਵ ਹੈ, ਐਕਰੂਡ ਇਨਕਮ ਵੀ ਰਿਪਰੈਜ਼ੈਂਟੇਟਿਵ ਹੈ। ਕਿਉਂਕਿ ਜਦੋਂ ਤੁਸੀਂ ਨਾਮ ਤੁਹਾਡੇ ਸਾਹਮਣੇ ਆਉਂਦਾ ਨਾ ਕਿ ਮੇਰੀ ਇਨਕਮ ਆਣੀ ਹੈ, ਤੁਹਾਡੇ ਦਿਮਾਗ 'ਚ ਆ ਜਾਂਦਾ ਹੈ ਕਿ ਕਿੱਥੋਂ ਆਣੀ ਹੈ, ਤਾਂ ਇੱਕ ਤਰ੍ਹਾਂ ਦਾ ਰਿਪਰੈਜ਼ੈਂਟੇਟਿਵ ਆ। ਇੰਪਰਸਨਲ ਰੀਅਲ ਐਸੈਟ ਦੀ ਗੱਲਾਂ ਆਖਦਾ। ਦੈਨ ਜਿਵੇਂ ਕਿਸੇ ਬੈਂਕ ਤੋਂ ਪੈਸਾ ਆਣਾ ਤਾਂ ਉਹਨੂੰ ਪਰਸਨਲ ਅਕਾਊਂਟ 'ਚ ਰੱਖ ਦਾਂਗੇ ਆਪਾਂ। ਨੋਮੀਨਲ ਅਕਾਊਂਟ ਖਰਚਿਆਂ ਦੀ ਗੱਲਾਂ ਹੋ ਰਹੀਆਂ, ਡੈਬਿਟ ਹੋ ਜਾਣਗੀਆਂ। ਜੇ ਕੋਈ ਗੇਨ ਹੋਇਆ ਹੈ ਨਾ, ਉਸਦੀ ਗੱਲਾਂ ਕੋਲ ਕ੍ਰੈਡਿਟ ਹੋ ਜਾਣਗੀਆਂ। ਲੋਸ ਹੋਇਆ ਉਹ ਚੀਜ਼ ਕ੍ਰੈਡਿਟ ਹੋ ਜਾਏਗੀ। ਨਹੀਂ ਉਰੇ ਨਹੀਂ ਆਏਗਾ, ਇਹ ਗਲਤ ਹੈ। ਨਹੀਂ, ਲੋਸ ਕ੍ਰੈਡਿਟ ਨਹੀਂ ਹੋਏਗਾ, ਡੈਬਿਟ ਹੀ ਹੋਏਗਾ। ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ, ਮਾਫ ਕਰਨਾ, ਉਰੇ ਸਹੀ ਕਰ ਲੈਣਾ। ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ। ਲੋਸਿਸ ਵੀ ਹਮੇਸ਼ਾ ਡੈਬਿਟ ਹੁੰਦੇ ਆ, ਕ੍ਰੈਡਿਟ ਹਮੇਸ਼ਾ ਗੇਨਸ ਹੋਣਗੇ। ਓਕੇ, ਚਲੋ ਇਹ ਸੀ ਆਪਣੀ ਸਾਰੀ ਮਤਲਬ ਆਪਾਂ ਪ੍ਰੈਕਟਿਸ ਜੋ ਆਪਾਂ ਕਰ ਰਹੇ ਹਾਂ। ਹੌਲੀ ਹੌਲੀ ਜਿਹੜੇ MCQs ਹੈ ਉਹ ਵੱਧਦੇ ਜਾਣਗੇ, ਤੇ ਹਫਤੇ 'ਚ ਇੱਕ ਟੈਸਟ ਵੀ ਹੋਏਗਾ ਤੁਹਾਡਾ। ਸੋ ਤਿਆਰੀ ਨੂੰ ਪੱਕਾ ਕਰ ਲਓ। ਇਹ ਕੋਈ ਨਹੀਂ ਹੈ ਕਿ ਕੋਈ ਬਸ ਲੈਕਚਰ ਆ ਰਹੇ ਆ ਬਸ ਦੇਖ ਰਹੇ ਆ ਹੋ ਗਿਆ, ਨਹੀਂ, ਨਾਲ ਪੜ੍ਹਨਾ ਜ਼ਰੂਰ ਹੈ, ਸਮਝਣਾ ਜ਼ਰੂਰ ਹੈ। ਡਨ। ਸੋ ਥੈਂਕ ਯੂ ਵੈਰੀ ਮਚ।